ਅਗਰ ਤੁਸੀਂ ਆਪਣੇ ਆਪ ਨੂੰ ਰੋਜ਼ 1% ਬੈਟਰ ਕਰਦੇ ਹੋ ਬਾਈ ਦਾ ਐਂਡ ਆਫ ਈਅਰ 37 ਟਾਈਮਸ ਬੈਟਰ ਹੋ ਜਾਓਗੇ ਜਦੋਂ ਤੁਸੀਂ ਸਟਾਰਟ ਕੀਤਾ ਸੀ ਉਹਦੇ ਤੋਂ। ਬਟ ਇਹ ਕਨਸੈਪਟ ਆਪਾਂ ਨੂੰ ਲਾਈਫ ਦੇ ਵਿੱਚ ਨਾ ਤੇ ਕਦੀ ਸਿਖਾਇਆ ਜਾਂਦਾ ਹੈ ਤੇ ਨਾ ਹੀ ਕਦੀ ਆਪਾਂ ਕੋਈ ਇੰਪਰੂਵ ਕਰਨ ਤੇ ਇੰਨਾ ਜ਼ੋਰ ਲਾਉਂਦੇ ਆ। ਐਂਡ ਇਹ ਵੀਡੀਓ ਦੇਖਣ ਦੇ ਬਾਅਦ ਤੁਹਾਨੂੰ 3 ਚੀਜ਼ਾਂ ਦਾ ਆਨਸਰ ਮਿਲ ਜਾਏਗਾ ਕਿ ਵਟ, ਵਾਈ ਐਂਡ ਹਾਊ ਟੂ ਇੰਪਰੂਵ ਹੈਬਿਟਸ ਵਿਦ ਸਮਾਲ ਚੇਂਜਸ। ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ, ਹੋਪ ਆਲ ਆਫ ਯੂ ਆਰ ਡੂਇੰਗ ਓਕੇ ਐਂਡ ਵੈਲਕਮ ਟੂ ਦਿਸ ਨਿਊ ਸੀਰੀਜ਼ ਬੁੱਕ ਇਨਸਾਈਟਸ, ਜਿਹਦੇ ਵਿੱਚ ਆਪਾਂ ਡਿਸਕਸ ਕਰਾਂਗੇ ਕੀ ਲਰਨਿੰਗਸ ਫਰਮ ਦਾ ਬੁੱਕਸ ਜਿਨ੍ਹਾਂ ਨੇ ਮੈਨੂੰ ਹੈਲਪ ਕੀਤਾ ਇੰਪਰੂਵ ਕਰਨ ਚ। ਐਂਡ ਇਸ ਵੀਡੀਓ 'ਚ ਆਪਾਂ ਡਿਸਕਸ ਕਰਾਂਗੇ ਬੁੱਕ ਅਟੋਮਿਕ ਹੈਬਿਟਸ ਬਾਈ ਜੇਮਸ ਕਲੀਅਰ। ਹੁਣ ਕਈ ਆਦਤਾਂ ਤੇ ਇਦਾਂ ਬਣ ਜਾਂਦੀਆਂ ਨੇ, ਕੋਈ ਜ਼ੋਰ ਨਹੀਂ ਲਾਣਾ ਪੈਂਦਾ। ਫੋਰ ਐਗਜ਼ਾਮਪਲ ਆਪਾਂ ਬ੍ਰਸ਼ ਕਰਦੇ ਹਾਂ ਟੀਥ, ਸਵੇਰੇ ਉੱਠ ਕੇ ਚਾਹ ਪੀਣ ਦੀ ਆਦਤ ਹੈ। ਇਦਾਂ ਹੀ 6 ਮਹੀਨੇ ਪਹਿਲਾਂ ਮੈਨੂੰ ਸੋਸ਼ਲ ਮੀਡੀਆ ਚੈੱਕ ਕਰਨ ਦੀ ਬਹੁਤ ਜ਼ਿਆਦਾ ਆਦਤ ਸੀ। ਪਹਿਲਾਂ ਮੈਂ ਕਈ ਵਾਰੀ ਟਰਾਈ ਕੀਤਾ ਕਿ ਫੋਨ ਦੀ ਯੂਜ਼ੇਜ ਘੱਟ ਕਰਾਂ। ਉਸ ਟਾਈਮ ਮੇਰੇ ਕੋਲ ਫਰੇਮਵਰਕ ਨਹੀਂ ਸੀ ਜਿਹਨੂੰ ਫੋਲੋ ਕਰਕੇ ਮੈਂ ਆਪਣੀਆਂ ਆਦਤਾਂ ਚੇਂਜ ਕਰ ਲਾਂ। ਤੇ ਇਹਦਾ ਹੱਲ ਇਹ ਹੋਇਆ ਕਿ ਇੱਕ ਦਿਨ ਮੈਂ ਗਰਾਊਂਡ ਅਪ ਸ਼ੋ ਨਾਂ ਦਾ ਇੱਕ ਪੋਡਕਾਸਟ ਸੁਣ ਰਿਹਾ ਸੀ। ਉਹਦੇ ਵਿੱਚ ਇਸ ਬੁੱਕ ਦਾ ਆਥਰ ਜੇਮਸ ਕਲੀਅਰ ਹੈ ਜੋ, ਉਹ ਆਏ ਸੀਗੇ ਤੇ ਉਹਨਾਂ ਨੇ ਕੁਝ ਗੱਲਾਂ ਦੱਸੀਆਂ ਜਿਹੜੀਆਂ ਮੇਰੇ ਨਾਲ ਰੈਜ਼ੋਨੇਟ ਕੀਤੀਆਂ। ਉਹਦੇ ਨਾਲੋਂ ਨਾਲ ਮੈਂ ਇਹ ਬੁੱਕ ਆਰਡਰ ਕਰ ਦਿੱਤੀ, ਆਪਣੀ ਪੁਰਾਣੀ ਬੁੱਕ ਫਿਨਿਸ਼ ਕਰਕੇ ਮੈਂ ਇਹਨੂੰ ਪੜ੍ਹਨਾ ਸਟਾਰਟ ਕਰ ਦਿੱਤਾ। ਇਹ ਬੁੱਕ ਹੈਬਿਟਸ ਨੂੰ ਫਿਜ਼ੀਕਲ ਐਂਡ ਸਾਈਕੋਲੋਜੀਕਲ ਲੈਵਲਸ ਤੇ ਹਿਊਮਨ ਬਿਹੇਵੀਅਰ ਨੂੰ ਸਟੱਡੀ ਕਰਦੇ ਹੋਏ ਇਹ ਡਿਸਕਸ ਕਰਦੀ ਹੈ ਕਿ ਕਿੱਦਾਂ ਆਪਾਂ ਚੰਗੀਆਂ ਆਦਤਾਂ ਬਣਾ ਸਕਦੇ ਹਾਂ ਤੇ ਮਾੜੀਆਂ ਆਦਤਾਂ ਹਟਾ ਸਕਦੇ ਹਾਂ। ਐਂਡ ਇਸ ਬੁੱਕ ਨੇ ਮੇਰਾ ਜਿਹੜਾ ਵਿਊ ਪੁਆਇੰਟ ਸੀ ਉਹ ਬਦਲ ਦਿੱਤਾ ਜਾਂ ਇੰਪਰੂਵ ਕਰ ਦਿੱਤਾ ਕਿ ਮੈਂ ਹੈਬਿਟਸ ਬਾਰੇ ਕਿੱਦਾਂ ਸੋਚਦਾ ਸੀ। ਐਂਡ ਹੋਪ ਦਿਸ ਇਜ਼ ਹੈਲਪਫੁਲ ਫॉर ਯੂ ਟੂ। ਸੋ ਪਹਿਲੀ ਗੱਲ, ਵਟ ਇਜ਼ ਹੈਬਿਟ? ਹੈਬਿਟ ਇਜ਼ ਅ ਰੂਟੀਨ of behavior that is repeated regularly and tends to occur subconsciously। ਬਟ ਆਪਣੇ ਦਿਮਾਗ ਨੂੰ ਜ਼ਰੂਰਤ ਕੀ ਹੈ ਹੈਬਿਟ ਦੀ? ਹੁਣ ਇਹਦਾ ਆਨਸਰ ਇਹ ਹੈ ਕਿ ਆਪਣੇ ਕੌਨਸ਼ੀਅਸ ਮਾਈਂਡ ਕੋਲ ਨਾ ਇੱਕ ਸਰਟਨ ਅਮਾਊਂਟ ਆਫ ਐਫਰਟ ਹੀ ਹੈ ਵੀ ਜਿਹੜਾ ਉਹ ਪੁੱਟ ਕਰ ਸਕਦਾ ਹੈ। ਹੁਣ ਦਿਮਾਗ ਦਾ ਬਹੁਤ ਜ਼ਿਆਦਾ ਮੈਂਟਲ ਐਫਰਟ ਲੱਗੂਗਾ ਅਗਰ ਉਹ ਵਾਰ-ਵਾਰ ਸਿੰਪਲ ਚੀਜ਼ਾਂ ਨੂੰ ਸਿੱਖੇਗਾ ਹਰ ਵਾਰੀ। ਹੁਣ ਆਪਣੇ ਦਿਮਾਗ ਨੇ ਉਸ ਮੈਂਟਲ ਐਫਰਟ ਨੂੰ ਘਟਾਉਣ ਲਈ ਜਿੰਨਾ ਆਪਾਂ ਵਾਰ-ਵਾਰ ਜਿਹੜੀ ਚੀਜ਼ ਕੀਤੀ ਹੈ ਨਾ, ਉਹਨੂੰ ਸਬਕੌਨਸ਼ੀਅਸ ਮਾਈਂਡ ਨੂੰ ਟ੍ਰਾਂਸਫਰ ਕਰ ਦਿੱਤਾ। ਸੋਸ਼ਲ ਮੀਡੀਆ ਦਾ ਐਗਜ਼ਾਮਪਲ ਲੈ ਲਈਏ, ਸ਼ੁਰੂ ਜਦੋਂ ਆਪਾਂ ਬੋਰ ਹੁੰਦੇ ਆ, ਆਪਾਂ ਕਦੇ ਫੋਨ ਫੜ ਲਿਆ ਜਾਂ ਕੁਝ ਹੋ ਗਿਆ, ਇੱਕ ਪੁਆਇੰਟ ਤੋਂ ਬਾਅਦ ਇਹਨਾਂ ਰਿਪੀਟ ਹੋ ਜਾਂਦਾ ਚੀਜ਼। ਕਦੇ ਵੀ ਤੁਸੀਂ ਬੋਰ ਹੋ ਗਏ, ਆਪਣੇ ਆਪ ਤੁਹਾਡਾ ਹੱਥ ਜੇਬ 'ਚ ਜਾਏਗਾ ਐਂਡ ਉਸੇ ਟਾਈਮ ਜਿੱਥੇ ਵੀ ਇੰਸਟਾਗ੍ਰਾਮ 'ਤੇ ਬਿਨਾਂ ਵੇਖੇ ਤੁਸੀਂ ਕਲਿੱਕ ਕਰਕੇ ਤੇ ਸਕਰੋਲ ਕਰਨਾ ਸ਼ੁਰੂ ਕਰ ਦੋਗੇ। ਇਸ ਕਰਕੇ ਫਿਰ ਆਪਾਂ ਨੂੰ ਕਈ ਵਾਰੀ ਲੱਗਦਾ ਕਿ ਯਾਰ ਆਪਣਾ ਕੰਟਰੋਲ ਹੀ ਨਹੀਂ ਹੈਗਾ, ਕਿਉਂਕਿ ਆਪਾਂ ਇੰਨੀ ਵਾਰੀ ਉਹ ਰਿਪੀਟ ਕਰ ਦਿੱਤੀ ਚੀਜ਼ ਕਿ ਕੌਨਸ਼ੀਅਸ ਮਾਈਂਡ ਉਹ ਸਬਕੌਨਸ਼ੀਅਸ ਮਾਈਂਡ ਨੂੰ ਦੇ ਦਿੰਦਾ ਕਿ ਤੂੰ ਹੁਣ ਆਪਣੇ ਆਪ ਹੀ ਕਰੀ ਆ ਕੰਮ। ਜਾਂ ਤੁਹਾਨੂੰ ਅੰਡਰਸਟੈਂਡਿੰਗ ਹੋਗੀ ਕਿ ਹੈਬਿਟ ਡਿਵੈਲਪ ਕਿੱਦਾਂ ਹੁੰਦੀ ਹੈ। ਹੁਣ ਆਉਂਦਾ ਹੈ ਕਿ ਆਪਾਂ ਕੌਨਸ਼ੀਅਸਲੀ ਹੈਬਿਟ ਡਿਵੈਲਪ ਕਿੱਦਾਂ ਕਰ ਸਕਦੇ ਹਾਂ ਜਾਂ ਆਪਣੀ ਜਿਹੜੀ ਗਲਤ ਹੈਬਿਟ ਆ ਉਹਨੂੰ ਆਪਾਂ ਬ੍ਰੇਕ ਕਿੱਦਾਂ ਕਰ ਸਕਦੇ ਹਾਂ। ਇਹਦੇ ਲਈ ਆਪਣਾ 4 ਸਟੈਪ ਇੱਕ ਫਾਰਮੂਲਾ ਹੈ ਜਿਹਨੂੰ ਆਪਾਂ ਅਗਰ ਚੰਗੀ ਤਰ੍ਹਾਂ ਸਮਝ ਲਈਏ ਐਂਡ ਅੰਡਰਸਟੈਂਡ ਕਰ ਲਈਏ ਤੇ ਆਪਾਂ ਕੋਈ ਵੀ ਹੈਬਿਟ ਬਣਾਉਣੀ ਚਾਹੀਏ ਉਹ ਈਜ਼ੀਲੀ ਬਣਾ ਸਕਦੇ ਆ। ਕੋਈ ਵੀ ਹੈਬਿਟ ਆਪਾਂ ਤੋੜਨੀ ਹੈ ਤੇ ਉਹ ਆਪਾਂ ਈਜ਼ੀਲੀ ਤੋੜ ਸਕਦੇ ਆ। ਮੈਂ ਇਸ ਫਾਰਮੂਲੇ ਨੂੰ ਅਪਲਾਈ ਕਰਕੇ ਆਪਣੀਆਂ ਬਹੁਤ ਸਾਰੀਆਂ ਹੈਬਿਟਸ ਡਿਵੈਲਪ ਕੀਤੀਆਂ। ਮੈਡੀਟੇਸ਼ਨ, ਫੋਨ ਦੀ ਐਡਿਕਸ਼ਨ ਛੱਡੀ ਆ ਉਹ, ਐਂਡ ਮੈਨੂੰ ਉਹ ਬਹੁਤ ਈਜ਼ੀ ਹੋਇਆ। ਜਿਹੜੀਆਂ ਮੈਂ ਕਦੇ ਡਿਵੈਲਪ ਨਹੀਂ ਸੀ ਕਰ ਸਕਦਾ ਹੁਣ ਮੈਂ ਉਹ ਵੀ ਡਿਵੈਲਪ ਕਰ ਰਿਹਾ, ਐਂਡ ਜਿਹੜੀਆਂ ਮੈਂ ਬ੍ਰੇਕ ਕਦੇ ਨਹੀਂ ਸੀ ਕਰ ਸਕਦਾ ਆਪਣੇ ਆਪ, ਉਹ ਮੈਂ ਬ੍ਰੇਕ ਵੀ ਕਰ ਪਾ ਰਿਹਾ। ਹੁਣ ਇਹ ਫਾਰਮੂਲਾ ਹੈ ਕੀ? ਇਹਦੇ ਹੁਣ ਇੱਕ ਲੂਪ ਬਣਦਾ, ਹੈਬਿਟ ਲੂਪ ਆਪਾਂ ਜਿਹਨੂੰ ਕਹਿੰਦੇ ਆ। ਪਹਿਲਾ ਪਾਰਟ ਹੈ ਉਹਦਾ ਕਿਊ, ਦੂਜਾ ਹੈ ਕ੍ਰੇਵਿੰਗ, ਤੀਜਾ ਹੈ ਰਿਸਪੌਂਸ ਤੇ ਚੌਥਾ ਹੈ ਰਿਵਾਰਡ। ਹੁਣ ਮੈਂ ਇਹ ਤੁਹਾਨੂੰ ਐਕਸਪਲੇਨ ਕਰੂੰਗਾ ਕਿ ਇਹਦਾ ਮਤਲਬ ਕੀ ਹੈ ਤੇ ਤੁਸੀਂ ਕਿੱਦਾਂ ਇਹਨੂੰ ਅਪਲਾਈ ਕਰ ਸਕਦੇ ਹੋ। ਪਹਿਲਾ ਆ ਗਿਆ ਕਿਊ। ਕੀ ਹੁੰਦਾ ਜਿਹੜਾ ਆਪਣੇ ਬ੍ਰੇਨ ਨੂੰ ਟ੍ਰਿਗਰ ਜਾਂਦਾ ਹੈ ਜਾਂ ਜਿਹੜਾ ਆਪਾਂ ਚੀਜ਼ ਕੋਈ ਇਨਪੁਟ ਕਰਨੇ ਆ। ਹੁਣ ਆਪਾਂ ਫੋਨ ਦਾ ਐਗਜ਼ਾਮਪਲ ਲੈਂਦੇ ਆ ਇਹਦੇ ਵਿੱਚ ਕਿ ਜਦੋਂ ਵੀ ਮੈਨੂੰ ਨੋਟੀਫਿਕੇਸ਼ਨ ਕੋਈ ਆਇਆ ਜਾਂ ਕੋਈ ਵਾਈਬ੍ਰੇਸ਼ਨ ਆਈ, ਉਸੇ ਟਾਈਮ ਮੇਰੇ ਦਿਮਾਗ ਨੂੰ ਸੈਂਸ ਗਿਆ ਕਿ ਮੈਂ ਫੋਨ ਚੈੱਕ ਕਰਨਾ ਹੈ। ਉਹਦੇ ਕਰਕੇ ਮੈਂ ਉਸੇ ਟਾਈਮ ਆਪਣਾ ਫੋਨ ਚੱਕਾਂਗਾ ਐਂਡ ਚੈੱਕ ਕਰਨਾ ਸ਼ੁਰੂ ਕਰ ਦਾਂਗੇ। ਇਹ ਤੇ ਹੋ ਗਿਆ ਆਪਣਾ ਕਿਊ। ਸੈਕਿੰਡ ਆਉਂਦਾ ਕ੍ਰੇਵਿੰਗ। ਉਹ ਚੀਜ਼ ਕਰਨ ਦੀ ਮੋਟੀਵੇਸ਼ਨ ਜਿਹੜੀ ਆਪਾਂ ਨੂੰ ਹੁੰਦੀ ਹੈ ਉਹ ਕਿੰਨੀ ਆ ਜਾਂ ਕਿੱਦਾਂ ਮਿਲਦੀ ਹੈ। ਜਿੱਦਾਂ ਹੁਣ ਮੈਨੂੰ ਨੋਟੀਫਿਕੇਸ਼ਨ ਆਈ, ਮੇਰਾ ਉਸੇ ਟਾਈਮ ਜੀ ਕਰੇਗਾ ਚੈੱਕ ਕਰਾਂ, ਮਤਲਬ ਕ੍ਰੇਵਿੰਗ ਹੋ ਰਹੀ ਹੈ, ਦਿਮਾਗ ਦੇ ਵਿੱਚ ਆ ਰਿਹਾ ਨਾ। ਤੇ ਥਰਡ ਆ ਜਾਂਦਾ ਰਿਸਪੌਂਸ, ਜਿਹੜੀ ਐਕਚੁਅਲ ਆਦਤ ਅਸੀਂ ਕਰਦੇ ਹਾਂ ਕਿ ਫੋਨ ਚੱਕਿਆ ਤੇ ਐਨ ਦੇ ਮੈਂ ਦੇਖ ਲਿਆ। ਤੇ ਰਿਵਾਰਡ ਹੁੰਦਾ ਹੈ ਕਿ ਉਹ ਦੇਖਣ ਤੇ ਮੈਨੂੰ ਕਿੰਨਾ ਅੱਛਾ ਫੀਲ ਹੋਇਆ, ਕਿੰਨਾ ਮੈਨੂੰ ਬੈਨੀਫਿਟ ਹੋਇਆ ਉਸ ਚੀਜ਼ ਨੂੰ ਕਰਨ। ਸੋ ਜਿੰਨੀ ਵਾਰੀ ਇਹ ਲੂਪ ਕੰਪਲੀਟ ਹੋਏਗਾ ਉਨੀ ਵਾਰੀ ਆਪਣੀ ਹੈਬਿਟ ਪੱਕੀ ਹੁੰਦੀ ਜਾਏਗੀ ਤੇ ਜਿੰਨੀ ਵਾਰੀ ਆਪਾਂ ਇਸ ਲੂਪ ਨੂੰ ਤੋੜਦੇ ਰਵਾਂਗੇ ਕਿਸੇ ਨਾ ਕਿਸੇ ਪੁਆਇੰਟ ਤੇ ਉਨੀ ਹੈਬਿਟ ਆਪਣੀ ਟੁੱਟਦੀ ਰਹੇਗੀ। ਹੁਣ ਆਪਾਂ ਐਗਜ਼ਾਮਪਲ ਲੈਣੇ ਇੱਕ ਚੰਗੀ ਆਦਤ ਬਣਾਉਣ ਦਾ ਤੇ ਇੱਕ ਮਾੜੀ ਆਦਤ ਹਟਾਉਣ ਦਾ, ਇਸ ਹੈਬਿਟ ਲੂਪ ਨੂੰ ਯੂਜ਼ ਕਰਕੇ। ਹੁਣ ਚੰਗੀ ਆਦਤ ਲਈ ਮੈਂ ਲੈ ਲੈਣਾ ਕਿ ਮੈਂ ਬੁੱਕ ਜ਼ਿਆਦਾ ਪੜ੍ਹਨਾ ਚਾਹੁੰਦਾ ਵਾਂ, ਤੇ ਮਾੜੀ ਆਦਤ ਲਈ ਮੈਂ ਲੈ ਲੈਣਾ ਕਿ ਮੈਂ ਫੋਨ ਦੀ ਯੂਜ਼ੇਜ ਘਟਾਉਣਾ ਚਾਹੁੰਦਾ ਵਾਂ। ਕਿਊ ਦੇ ਵਿੱਚ ਹੁਣ ਮੈਂ ਕੀ ਕਰ ਸਕਦਾ ਵਾਂ? ਚੰਗੀ ਆਦਤ ਲਈ ਪਹਿਲਾਂ ਕਿਊ ਜ਼ਿਆਦਾ ਮਿਲੇ ਉਸ ਚੀਜ਼ ਦਾ, ਯਾਨੀ ਕਿ ਮੈਨੂੰ ਜ਼ਿਆਦਾ ਵਾਰੀ ਰਿਮਾਈਂਡ ਹੋਏ ਮੇਰਾ ਦਿਮਾਗ ਕਿ ਇਹ ਕੰਮ ਮੈਂ ਕਰ ਸਕਦਾ। ਕਈ ਵਾਰੀ ਮੈਂ ਸੌਣ ਦੇ ਟਾਈਮ ਤੇ ਮਨ ਹੁੰਦਾ ਸੀ ਪਰ ਮੈਂ ਇੰਨਾ ਥੱਕਿਆ ਹੁੰਦਾ ਸੀ, ਯਾਰ ਛੱਡ ਪਰਾਂ ਹੁਣ ਕੋਈ ਕੌਣ ਜਾਏ ਉੱਠੇ, ਇਸ ਕਰਕੇ ਵਿੱਚ ਗੈਪ ਆ ਜਾਂਦਾ ਸੀ ਉਸ ਚੀਜ਼ ਦੇ। ਤੇ ਉਹ ਗੈਪ ਹਟਾਉਣ ਲਈ ਮੈਂ ਆਪਣੇ ਬੈੱਡ ਦੇ ਨਾਲ ਵੀ ਕਿਤਾਬ ਰੱਖ ਲਈ ਕਿ ਮੈਨੂੰ ਉੱਥੇ ਮਨ ਕਰੇ ਪੜ੍ਹਨ ਤੇ ਮੈਂ ਉੱਥੇ ਵੀ ਪੜ੍ਹ ਲਾਂ ਕਰਾਂ। ਹੁਣ ਮਾੜਿਆਂ ਦਾ ਕੀ ਹੈ ਕਿ ਜਿੰਨੀ ਵਾਰੀ ਮੇਰੇ ਕੋਲ ਫੋਨ ਦੇ ਵਿੱਚ ਨੋਟੀਫਿਕੇਸ਼ਨ ਆਏਗਾ ਉਨੀ ਵਾਰੀ ਮੈਂ ਚੈੱਕ ਕਰਾਂਗਾ। ਹੁਣ ਇਹਦਾ ਕਿਉਂ ਆਪਾਂ ਕਿਵੇਂ ਘਟਾ ਸਕਦੇ ਹਾਂ? ਹੁਣ ਮੈਂ ਜਿਵੇਂ ਕੀਤਾ ਸੀ ਕਿ ਮੈਂ ਨੋਟੀਫਿਕੇਸ਼ਨ ਸਾਰੀ ਐਪਲੀਕੇਸ਼ਨਾਂ ਦੇ ਆਫ ਕਰ ਦਿੱਤੇ ਵੀ ਮੈਨੂੰ ਕੋਈ ਨੋਟੀਫਿਕੇਸ਼ਨ ਕਿਸੇ ਦਾ ਨਾ ਆਏ। ਜੇ ਮੈਂ ਦੇਖਣਾ ਚਾਹੁੰਦਾ ਵਾਂ ਠੀਕ ਹੈ, ਮੈਂ ਆਪਣਾ WhatsApp ਖੋਲਾਂਗਾ, ਜੇ ਮੇਰੇ ਉਹਦੇ ਮੈਸੇਜ ਆਇਆ ਹੋਏਗਾ ਤਾਂ ਮੈਂ ਚੈੱਕ ਕਰ ਲਾਂਗਾ। ਇੱਦਾਂ ਮੈਨੂੰ ਨੋਟੀਫਿਕੇਸ਼ਨ ਨਹੀਂ ਚਾਹੀਦਾ ਕਿ ਕਿਸੇ ਦਾ ਮੈਸੇਜ ਆਇਆ ਹੈ, ਜਾਂ ਇੰਸਟਾਗ੍ਰਾਮ ਤੇ ਮੈਨੂੰ ਨੋਟੀਫਿਕੇਸ਼ਨ ਨਹੀਂ ਚਾਹੀਦਾ ਕਿਸੇ ਨੇ ਮੇਰੀ ਫੋਟੋ ਤੇ ਕਮੈਂਟ ਕੀਤਾ। ਉਹਦੇ ਨਾਲ ਹੋਇਆ ਕਿ ਮੇਰੇ ਕਿਊ ਘਟ ਗਏ। ਚੰਗੇ ਲਈ ਕਿਊ ਵਧਾ ਦੇਣੇ ਆਪਾਂ ਏਰੀਆ ਦੇ ਵਿੱਚ ਉਸ ਚੀਜ਼ ਦੇ ਰਿਲੇਟਡ, ਤੇ ਮਾੜੇ ਲਈ ਆਪਾਂ ਉਸ ਚੀਜ਼ ਨੂੰ ਕਿਊਜ਼ ਨੂੰ ਘਟਾ ਦੇਣਾ ਕਿਸੇ ਨਾ ਕਿਸੇ ਤਰੀਕੇ। ਹੁਣ ਆਪਾਂ ਡਿਸਕਸ ਕਰਦੇ ਹਾਂ ਸੈਕਿੰਡ, ਕ੍ਰੇਵਿੰਗ। ਹੁਣ ਕ੍ਰੇਵਿੰਗ ਦਾ ਮੇਨ ਪਾਰਟ ਇਹ ਹੈ ਕਿ ਆਪਾਂ ਨੂੰ
ਕੋਈ ਵੀ ਹੈਬਿਟ ਘਟਾਉਣ ਲਈ ਜਾਂ ਕੋਈ ਹੈਬਿਟ ਵਧਾਉਣ ਲਈ ਇੱਕ ਮੋਟੀਵੇਸ਼ਨ ਹੋਣੀ ਜ਼ਰੂਰੀ ਹੈ, ਇੱਛਾ ਹੋਣੀ ਜ਼ਰੂਰੀ ਹੈ ਉਸ ਚੀਜ਼। ਐਂਡ ਇਹਦੇ ਪਿੱਛੇ ਇੱਕ ਹਿਡਨ ਮੋਟਿਵ ਹੁੰਦਾ ਹੈ। ਐਕਚੁਅਲੀ ਮੈਂ ਫੋਨ ਯੂਜ਼ ਨਹੀਂ ਕਰਨਾ ਚਾਹੁੰਦਾ, ਐਕਚੁਅਲੀ ਮੈਂ ਐਂਟਰਟੇਨ ਹੋਣਾ ਚਾਹੁੰਦਾ ਵਾਂ। ਜਿਹੜਾ ਬੰਦਾ ਨਸ਼ਾ ਕਰਦਾ ਉਹ ਨਸ਼ਾ ਨਹੀਂ ਕਰਨਾ ਚਾਹੁੰਦਾ, ਉਹ ਆਪਣੀਆਂ ਫੀਅਰਸ ਨੇ ਉਹਨਾਂ ਤੋਂ ਭੱਜਣਾ ਚਾਹੁੰਦਾ ਜਾਂ ਉਹ ਆਪਣੇ ਆਪ ਨੂੰ ਰਿਲੈਕਸ ਫੀਲ ਕਰਨਾ ਚਾਹੁੰਦਾ। ਐਕਚੁਅਲ ਚੀਜ਼ ਜਿਹੜੀ ਆਪਾਂ ਕਰਨੇ ਆ ਉਹਦੇ ਪਿੱਛੇ ਇੱਕ ਆਪਣਾ ਹਿਡਨ ਮੋਟਿਵ ਹੁੰਦਾ, ਇਹ ਆਪਾਂ ਨੂੰ ਅੰਡਰਸਟੈਂਡ ਕਰਨਾ ਚਾਹੀਦਾ। ਸਿੰਪਲ ਫਾਰਮੂਲਾ ਹੈ ਕਿ ਜਿਹੜੀ ਮੈਂ ਚੀਜ਼ ਘਟਾਵਾਂ ਉਹ ਮੈਂ ਅਨਅਟਰੈਕਟਿਵ ਕਰ ਦਿਆਂ। ਉਹ ਮੈਂ ਕਿਵੇਂ ਅਨਅਟਰੈਕਟਿਵ ਕਰਤੀ, ਮੈਂ ਇੱਕ URR ਨਾਂ ਦੀ ਇੱਕ ਐਪਲੀਕੇਸ਼ਨ ਹੈ ਉਹ ਇੰਸਟਾਲ ਕਰ ਦਿੱਤੀ। ਉਹਦੇ ਨਾਲ ਕੀ ਹੁੰਦਾ ਸੀ ਕਿ ਨਾ ਇੰਸਟਾਗ੍ਰਾਮ ਨੂੰ 3 ਮਿੰਟ ਤੋਂ ਜ਼ਿਆਦਾ ਯੂਜ਼ ਕੀਤਾ ਜਾਂ WhatsApp ਨੂੰ 3 ਮਿੰਟ ਤੋਂ ਜ਼ਿਆਦਾ ਯੂਜ਼ ਕੀਤਾ, ਮੈਂ ਲਿਮਿਟ ਲਾਈ ਹੋਈ ਸੀ, ਉਦੋਂ ਬਾਅਦ ਉੱਤੇ ਰੈੱਡ ਮਾਰਕ ਆ ਜਾਂਦਾ ਸੀ ਤੇ ਉਹ ਇਰੀਟੇਟਿੰਗ ਜਿਹਾ ਹੋ ਜਾਂਦਾ ਸੀ। ਮੈਨੂੰ ਵਾਰ-ਵਾਰ ਰਿਮਾਈਂਡ ਕਰਾਉਂਦਾ ਸੀ ਉਹ ਚੀਜ਼ ਕਿ 30 ਮਿੰਟ ਤੋਂ ਮੈਂ ਜ਼ਿਆਦਾ ਯੂਜ਼ ਕਰ ਲਿਆ, ਤੂੰ ਮਤਲਬ ਵੇਸਟ ਕਰ ਰਿਹਾ ਟਾਈਮ। ਉਹਦੇ ਜਿਹੜੇ ਥਾਟਸ ਵੀ ਇਦਾਂ ਦੇ ਹੁੰਦੇ ਸੀ। ਮੇਰੇ ਲਈ ਉਹ ਫੋਨ ਯੂਜ਼ ਕਰਨਾ ਤਾਂ ਕਿ ਅਨਅਟਰੈਕਟਿਵ ਹੋ ਜੇ। ਹੁਣ ਬੁੱਕ ਨੂੰ ਰੀਡਿੰਗ ਨੂੰ ਮੈਂ ਅਟਰੈਕਟਿਵ ਕਿੱਦਾਂ ਕਰ ਸਕਦਾ? ਉਹਦੇ ਲਈ ਹੁਣ ਮੈਂ ਬੈਨੀਫਿਟਸ ਪੜ੍ਹਨਾ ਸ਼ੁਰੂ ਕਰ ਸਕਦਾ ਵਾਂ ਕਿ ਰੀਡਿੰਗ ਦੇ ਬੈਨੀਫਿਟਸ ਕਿੰਨੇ ਨੇ, ਜਾਂ ਜਿਹੜੇ ਲੋਕ ਪਹਿਲਾਂ ਪੜ੍ਹਦੇ ਆ ਜਿੱਦਾਂ ਬਿਲ ਗੇਟਸ ਕਿੰਨੀਆਂ ਕਿਤਾਬਾਂ ਪੜ੍ਹਦਾ ਹੈ ਤੇ ਉਹ ਕਿੰਨਾ ਸਕਸੈਸਫੁਲ ਹੈ। ਤੁਹਾਨੂੰ ਉਸ ਚੀਜ਼ ਦੇ ਰਿਲੇਟਿਡ ਕੋਈ ਪੋਜ਼ੀਟਿਵ ਚੀਜ਼ਾਂ ਸਿੱਖਣੀਆਂ ਸ਼ੁਰੂ ਕਰ ਦਿਓ ਕਿ ਇਹਦਾ ਐਕਚੁਅਲੀ ਬੈਨੀਫਿਟ ਕੀ ਹੈ। ਇਹ ਨਹੀਂ ਹੋਣਾ ਕਿ ਮੈਂ ਬੁੱਕ ਪੜ੍ਹਨੀ ਹੈ ਤੇ ਮੈਂ ਆਪਣੇ ਆਪ ਤੇ ਇਹ ਪਾਈ ਹੋਵਾਂ ਕਿ ਮੈਂ ਬੁੱਕ ਪੜ੍ਹਨੀ ਹੈ, ਮੈਨੂੰ ਫਾਇਦਾ ਹੋਏਗਾ, ਮੈਂ ਪੜ੍ਹਾਂਗਾ। ਨਿਰਾ ਇਹ ਨਹੀਂ, ਉਹਦੇ ਰਿਲੇਟਿਡ ਹੋਰ ਸਟੱਡੀ ਕਰਨਾ ਸ਼ੁਰੂ ਕਰ ਦਿਓ, ਉਹਦੇ ਰਿਲੇਟਿਡ ਲੋਕਾਂ ਨੂੰ ਫੋਲੋ ਕਰਨਾ ਸ਼ੁਰੂ ਕਰ ਦਿਓ ਜਿਹੜੇ ਇਹਨੂੰ ਜ਼ਿਆਦਾ ਕਰਦੇ ਨੇ। ਕ੍ਰੇਵਿੰਗ ਦੇ ਵਿੱਚ ਅਲਟੀਮੇਟਲੀ ਆਪਾਂ ਕੀ ਕੀਤਾ, ਜਿਹੜੀ ਹੈਬਿਟ ਆਪਾਂ ਹਟਾਣੀ ਹੈ ਉਹਨੂੰ ਅਨਅਟਰੈਕਟਿਵ ਕਰ ਦੇਣਾ ਕਿਸੇ ਤਰੀਕੇ ਕਿ ਮੈਨੂੰ ਅੱਛੀ ਨਾ ਲੱਗੇ ਉਹ, ਠੀਕ ਹੈ। ਤੇ ਜਿਹੜੀ ਆਪਾਂ ਹੈਬਿਟ ਬਣਾਉਣੀ ਹੈ ਉਹਨੂੰ ਅਟਰੈਕਟਿਵ ਕਰ ਦਿੱਤਾ। ਸੋ ਥਰਡ ਫੇਸ ਆ ਗਿਆ ਆਪਣਾ ਰਿਸਪੌਂਸ, ਜਿਹੜੀ ਆਪਾਂ ਐਕਚੁਅਲ ਹੈਬਿਟ ਕਰਦੇ ਹਾਂ। ਸੋ ਇਹਦਾ ਇੱਕ ਸਿੰਪਲ ਚੀਜ਼ ਹੈ ਕਿ ਫ੍ਰਿਕਸ਼ਨ ਨੂੰ ਅੰਡਰਸਟੈਂਡ ਕਰਨਾ ਪਏਗਾ ਵੀ ਆਪਾਂ ਨੂੰ ਕੋਈ ਚੀਜ਼ ਆਪਾਂ ਕਰਨੀ ਹੈ ਉਹਦੇ ਵਿੱਚ ਅੜਚਣ ਕਿੰਨੀ ਹੈ। ਮੈਂ ਪਹਿਲਾਂ ਸਿੰਪਲੀ ਕੀ ਹੁੰਦਾ ਸੀ ਕਿ ਫਿੰਗਰਪ੍ਰਿੰਟ ਲੱਗਾ ਹੋਇਆ, ਫਿੰਗਰਪ੍ਰਿੰਟ ਟੱਚ ਕੀਤਾ ਨਾਲ ਉਹਦਾ ਫੋਨ ਖੁੱਲ੍ਹ ਗਿਆ, ਉਸੇ ਟਾਈਮ ਮੈਂ ਸਕਰੋਲ ਕਰਨਾ ਸ਼ੁਰੂ ਕਰ ਦਿੱਤਾ। ਇਹ ਮੇਰਾ ਫ੍ਰਿਕਸ਼ਨ ਨਹੀਂ ਸੀ ਬਿਲਕੁਲ ਕੋਈ ਉਹਦੇ ਵਿੱਚ। ਮੈਂ ਉਹਦੀ ਜਗ੍ਹਾ ਕੀ ਕਰਤਾ, ਮੈਂ ਆਪਣਾ ਫਿੰਗਰਪ੍ਰਿੰਟ ਬੰਦ ਕਰਤਾ, ਉਹਦੀ ਜਗ੍ਹਾ ਮੈਂ ਪਾਸਵਰਡ ਲਾ ਦਿੱਤਾ। ਸੋ ਕਈ ਵਾਰੀ ਤਾਂ ਬੰਦਾ ਅਨਇੰਟੈਂਸ਼ਨਲੀ ਖੋਲ੍ਹ ਲੈਂਦਾ ਨਾ, ਉਦੋਂ ਫਿਰ ਪਾਸਵਰਡ ਜਦੋਂ ਭਰਨਾ ਪਏ ਫ੍ਰਿਕਸ਼ਨ ਆ ਕੇ ਉਦੋਂ ਯਾਦ ਆਉਂਦਾ ਉਹ ਤੇਰੀ ਇਹ ਤਾਂ ਨਹੀਂ ਖੋਲ੍ਹਣਾ। ਦੂਜੀ ਗੱਲ, ਪਾਸਵਰਡ ਦੇ ਵਿੱਚ ਮੈਂ ਇਹ ਪਾਤਾ ਕਿ ਫੋਨ ਨਾ ਖੋਲੋ। ਉਹ ਸੀ ਨਾ ਕਿ ਬਿਨਾਂ ਸੋਚੇ ਸਮਝੇ ਮੈਂ ਖੋਲ੍ਹ ਲੈਂਦਾ ਸੀ, ਉਹ ਪਾਸਵਰਡ ਪਾਉਣ ਨਾਲ ਉਹਦੀ ਫ੍ਰਿਕਸ਼ਨ ਵਧਾਉਣ ਨਾਲ ਉਹ ਚੀਜ਼ ਘਟ ਗਈ। ਇੱਦਾਂ ਹੀ ਆਪਾਂ ਜਿਹੜੀ ਚੀਜ਼ ਘਟਾਉਣੀ ਹੈ ਉਹਦੇ 'ਚ ਫ੍ਰਿਕਸ਼ਨ ਐਡ ਕਰ ਦਿਓ ਕਿਸੇ ਨਾ ਕਿਸੇ ਤਰੀਕੇ ਦਾ। ਜਿਹੜੀ ਚੀਜ਼ ਮੈਂ ਜ਼ਿਆਦਾ ਕਰਨਾ ਚਾਹੁੰਦਾ ਸੀ ਉਹਦਾ ਮੈਂ ਫ੍ਰਿਕਸ਼ਨ ਘਟਾਤਾ ਕਿ ਹਰ ਥਾਂ 'ਤੇ ਮੈਂ ਰੱਖ ਦਿੱਤੀ ਕਿ ਮੈਨੂੰ ਜ਼ਿਆਦਾ ਸੋਚਣਾ ਨਾ ਪਏ ਜਾਂ ਜ਼ਿਆਦਾ ਉਹ ਚੀਜ਼ ਫੜ ਕੇ ਨਾ ਲਿਆਉਣੀ ਪਏ ਕਿਤੋਂ। ਹੁਣ ਜਿਹੜਾ ਰਿਸਪੌਂਸ ਤੋਂ ਜਿਹੜਾ ਤੁਸੀਂ ਕੰਮ ਕਰਕੇ ਤੁਹਾਨੂੰ ਜਿਹੜੀ ਖੁਸ਼ੀ ਮਿਲਦੀ ਹੈ ਉਹ ਹੁੰਦਾ ਰਿਵਾਰਡ। ਹੁਣ ਫੋਨ ਦੇ ਕੇਸ 'ਚ ਕੀ ਹੋ ਰਿਹਾ ਸੀ, ਮੈਨੂੰ ਐਂਟਰਟੇਨਮੈਂਟ ਹੋ ਰਿਹਾ ਹੈ ਤੇ ਮੇਰਾ ਟਾਈਮ ਪਾਸ ਵਧੀਆ ਹੋ ਰਿਹਾ। ਅਗਰ ਉਹਨੂੰ ਘਟਾਉਣਾ ਚਾਹੁੰਦਾ ਮੈਨੂੰ ਉਹ ਸੈਟਿਸਫੈਕਸ਼ਨ ਘੱਟ ਕਰਨੀ ਪਏਗੀ। ਉਹਦੇ ਲਈ ਮੈਂ ਸ਼ੁਰੂ ਦੇ ਵਿੱਚ ਕੀ ਕੀਤਾ ਕਿ ਡਰਾਸਟਿਕਲੀ ਅਨਫੋਲੋ ਕਰਤੇ ਅਕਾਊਂਟ ਜਿਹੜੇ ਮੇਰੇ ਲਾਈਫ 'ਚ ਵੈਲਿਊ ਐਡ ਨਹੀਂ ਕਰ ਰਹੇ ਸੀ, ਜਿਹੜੇ ਮੈਂ ਇੱਦਾਂ ਟਾਈਮ ਪਾਸ ਲਈ ਫੋਲੋ ਕੀਤੇ ਹੋਏ ਸੀ ਉਹਨਾਂ ਨੂੰ ਅਨਫੋਲੋ ਕਰ ਦਿੱਤਾ। ਐਂਡ ਪਹਿਲਾਂ ਵੀ ਇਹ ਚੀਜ਼ ਮਤਲਬ ਮੇਰੇ ਦਿਮਾਗ 'ਚ ਤਾਂ ਹੁੰਦੀ ਸੀ ਕਿ ਮੈਂ ਟਾਈਮ ਵੇਸਟ ਕਰ ਰਿਹਾ, ਪਰ ਉਹਨੂੰ ਹੁਣ ਮੈਂ ਜ਼ਿਆਦਾ ਆਪਣੇ ਮਾਈਂਡ ਨਾਲ ਐਸੋਸੀਏਟ ਕਰਤਾ ਕਿ ਜਦੋਂ ਵੀ ਮੈਂ ਫੋਨ ਯੂਜ਼ ਕੀਤਾ ਮੇਰੇ ਧਿਆਨ 'ਚ ਆਇਆ ਕਿ ਮੈਂ ਫੋਨ ਯੂਜ਼ ਕਰ ਰਿਹਾ ਤੇ ਮੈਨੂੰ ਇੱਦਾਂ ਲੱਗਦਾ ਸੀ ਕਿ ਮੈਂ ਆਪਣੀ ਫਿਊਚਰ ਸੈਲਫ ਨਾਲ ਚੀਟ ਕਰ ਰਿਹਾ। ਬੁੱਕ ਰੀਡਿੰਗ ਦਾ ਮੈਂ ਰਿਵਾਰਡ ਕੀ ਫਿਕਸ ਕੀਤਾ ਸੀ, ਮਤਲਬ ਇਹ ਐਕਚੁਅਲੀ ਮੈਂ ਫਿਕਸ ਨਹੀਂ ਸੀ ਕੀਤਾ, ਬਟ ਮੈਨੂੰ ਅਲਟੀਮੇਟਲੀ ਮਿਲਣ ਲੱਗ ਗਿਆ ਕਿ ਜਿੱਦਾਂ ਮੈਂ ਮਮ ਡੈਡ ਨਾਲ ਡਿਸਕਸ ਕਰਨ ਲੱਗ ਗਿਆ ਕਿ ਮੰਮੀ ਮੈਂ ਆਹ ਕਿਤਾਬ ਪੜ੍ਹੀ ਹੈ, ਪਾਪਾ ਮੈਂ ਆਹ ਕਿਤਾਬ ਪੜ੍ਹੀ ਹੈ, ਮੈਨੂੰ ਇਹਦੇ 'ਚੋਂ ਆਹ ਬੈਨੀਫਿਟ ਹੋਇਆ, ਜਾਂ ਮੈਂ ਉਹਨਾਂ ਨਾਲ ਜਿਹੜੀ ਮੇਰੇ ਲਰਨਿੰਗਸ ਹੁੰਦੀਆਂ ਸੀ ਕਿਤਾਬ ਦੀਆਂ ਉਹਨਾਂ ਨਾਲ ਡਿਸਕਸ ਕਰਨ ਲੱਗ ਗਿਆ। ਸੋ ਉਹਦੇ ਨਾਲ ਮਮ ਡੈਡ ਨੂੰ ਆਦਤ ਪੈ ਗਈ ਕਿ ਸਾਨੂੰ ਇਹ ਕਿਤਾਬ ਦੀਆਂ ਲਰਨਿੰਗਸ ਜਿਹੜੀਆਂ ਇਹ ਪੜ੍ਹਦਾ ਹੈ ਉਹ ਸਾਨੂੰ ਦੱਸੇਗਾ। ਉਹਦੇ ਨਾਲ ਰਿਵਾਰਡ ਕੀ ਹੋ ਗਿਆ ਕਿ ਇਹ ਮਮ ਡੈਡ ਨੂੰ ਮੈਂ ਜਦੋਂ ਦੱਸਦਾ ਸੀ ਤੇ ਉਹ ਬੜੇ ਖੁਸ਼ ਹੁੰਦੇ ਸੀ, ਵਾਹ ਯਾਰ ਇਹ ਬੜੀ ਵਧੀਆ ਚੀਜ਼ ਹੈ। ਉਹਦੇ ਨਾਲ ਮੈਨੂੰ ਖੁਸ਼ੀ ਮਿਲਣੀ ਕਿ ਮੈਂ ਕਿਸੇ ਨੂੰ ਦੱਸਿਆ ਤੇ ਅਗਲਾ ਤੋਂ ਇੰਪ੍ਰੈਸ ਹੋਇਆ। ਹਰ ਕਿਸੇ ਨੂੰ ਲੱਗਦਾ ਨਾ ਵੀ ਮੈਨੂੰ ਸਾਰੇ ਮੇਰੇ ਸੁਣਦੇ ਰਹਿਣ ਤੇ ਮੈਨੂੰ ਅਟੈਂਸ਼ਨ ਮਿਲੇ, ਤੇ ਉੱਦਾਂ ਮੈਨੂੰ ਬੜਾ ਚੰਗਾ ਲੱਗਦਾ ਹੁੰਦਾ ਸੀ। ਸੋ ਰਿਵਾਰਡ ਦਾ ਇਹੀ ਕੰਮ ਹੁੰਦਾ ਕਿ ਅਗਲੀ ਵਾਰੀ ਜਦੋਂ ਤੁਸੀਂ ਉਹ ਤੁਹਾਨੂੰ ਕਿਉਂ ਮਿਲੇਗਾ ਨਾ, ਅਗਰ ਤੁਹਾਨੂੰ ਰਿਵਾਰਡ ਵਧੀਆ ਮਿਲਿਆ ਫਿਰ ਤੁਸੀਂ ਦੁਬਾਰਾ ਉਹ ਕੰਮ ਸ਼ੁਰੂ ਕਰੋਗੇ। ਸੋ ਆਪਣਾ ਨਰਵਸ ਸਿਸਟਮ ਹੁੰਦਾ ਨਾ ਹਮੇਸ਼ਾ ਇਹ ਪਲੇਜ਼ਰ ਹੀ ਚਾਹੁੰਦਾ ਹੈ ਕਿ ਮੈਨੂੰ ਖੁਸ਼ੀ ਮਿਲਦੀ ਰਹੇ ਹਮੇਸ਼ਾ, ਤੇ ਕਿਸੇ ਨਾ ਕਿਸੇ ਤਰੀਕੇ ਮੌਕੇ ਲੱਭਦਾ ਹੈ ਕਿ ਮੰਨ ਲਓ ਜਿਵੇਂ ਫੋਨ ਚਲਾਉਣ ਲੱਗਿਆ ਮੈਨੂੰ ਖੁਸ਼ੀ ਮਿਲੀ ਸੀ ਨਾ, ਐਂਟਰਟੇਨਮੈਂਟ ਮਿਲਿਆ ਸੀ, ਉਹ ਚਾਹੁੰਦਾ ਵੀ ਇਹਨੂੰ ਖੁਸ਼ੀ ਮਿਲੀ ਸੀ ਨਾ, ਦੁਬਾਰਾ ਜਦੋਂ ਫੋਨ ਇਹਦੇ ਸਾਹਮਣੇ ਆਏਗਾ ਇਹਨੂੰ ਦੁਬਾਰਾ ਆਖਾਂਗੇ ਕਿ ਫੋਨ ਚਲਾ ਤੇ ਇਹਦੇ ਨਾਲ ਇਹਨੂੰ ਦੁਬਾਰਾ ਫਿਰ ਖੁਸ਼ੀ ਮਿਲੇਗੀ। ਤਾਂ ਇਹਦੇ ਕਰਕੇ ਆਪਾਂ ਉਹ ਲੂਪ ਕੰਪਲੀਟ ਹੋ ਜਾਂਦਾ ਹੈ, ਕਿਊ ਕ੍ਰੇਵਿੰਗ ਰਿਸਪੌਂਸ ਰਿਵਾਰਡ ਵਾਲਾ, ਤੇ ਅਗਲੀ ਵਾਰੀ ਜਦੋਂ ਤੁਹਾਨੂੰ ਉਹ ਕਿਉਂ ਮਿਲਦਾ ਤੁਸੀਂ ਉਹ ਵਾਰ-ਵਾਰ ਉਹ ਕੰਮ ਕਰਦੇ ਰਹਿੰਦੇ ਹੋ। ਸੋ ਕਨਕਲੂਜਨ ਇਹ ਹੈ ਕਿ ਅਗਰ ਤੁਸੀਂ ਹੈਬਿਟ ਬਣਾਉਣਾ ਚਾਹੁੰਦੇ ਹੋ, ਮੇਕ ਇਟ ਓਬਵੀਅਸ, ਮੇਕ ਇਟ ਅਟਰੈਕਟਿਵ, ਮੇਕ ਇਟ ਈਜ਼ੀ, ਮੇਕ ਇਟ ਰਿਵਾਰਡਿੰਗ ਜਾਂ ਸੈਟਿਸਫਾਈਂਗ। ਅਗਰ ਤੁਸੀਂ ਕੋਈ ਹੈਬਿਟ ਘਟਾਉਣਾ ਚਾਹੁੰਦੇ ਹੋ, ਮੇਕ ਇਟ ਇਨਵਿਜ਼ੀਬਲ, ਮੇਕ ਇਟ ਅਨਅਟਰੈਕਟਿਵ, ਮੇਕ ਇਟ ਡਿਫਿਕਲਟ, ਮੇਕ ਇਟ ਅਨਸੈਟਿਸਫਾਈਂਗ। ਅੱਜ ਤੋਂ 3 ਮਹੀਨੇ ਬਾਅਦ ਅਗਰ ਤੁਸੀਂ ਇਸ ਚੀਜ਼ ਨੂੰ ਫੋਲੋ ਕਰਦੇ ਹੋ ਤੁਸੀਂ ਸਰਪ੍ਰਾਈਜ਼ ਹੋ ਜਾਓਗੇ ਕਿ 3 ਮਹੀਨੇ ਪਹਿਲਾਂ ਮੈਂ ਕਿੱਥੇ ਸੀ ਤੇ ਅੱਜ ਮੈਂ ਕਿੱਥੇ ਹਾਂ। ਸੋ ਇਫ ਯੂ ਲਾਈਕਡ ਵਾਚਿੰਗ ਦਿਸ ਵੀਡੀਓ you also might like this one. Like and subscribe to support the channel, and with all that said and done I'll see you in the next one. Peace.